ਮੈਨੂੰ ਦੇਖਣ ਔਰ ਸੁਣਨ ਵਾਲੇ तमाम ਭੈਣ ਭਰਾ ਦੋਸਤ ਅਹਿਬਾਬ ਸਭ ਨੂੰ ਅਸਲਾਮ ਅਲੈਕੁਮ। ਦੋਸਤੋ, ਤਾਲੀਮ ਕਿਉਂ ਜ਼ਰੂਰੀ ਹੈ, ਇਹ ਅੱਜ ਦੀ ਕਹਾਣੀ ਦੇ ਵਿੱਚ ਤੁਹਾਨੂੰ ਪੂਰਾ ਕੰਸੈਪਟ ਕਲੀਅਰ ਹੋ ਜਾਏਗਾ ਔਰ ਤਾਲੀਮ ਦੀ ਅਹਿਮੀਅਤ ਦਾ ਵੀ ਪਤਾ ਚੱਲ ਜਾਏਗਾ। ਅਕਸਰ ਤੁਸੀਂ ਆਪਣੇ ਕਿਸੇ ਬਜ਼ੁਰਗਾਂ ਕੋਲੋਂ, ਕਿਸੇ ਯਾਰ ਦੋਸਤ ਰਿਸ਼ਤੇਦਾਰਾਂ ਕੋਲੋਂ ਸੁਣਿਆ ਹੋਗਾ ਕਿ ਆਪਣੇ ਬੱਚਿਆਂ ਨੂੰ ਤਾਲੀਮ ਦਿਲਵਾਓ। ਔਰ ਅਸੀਂ ਬੇਹੈਸੀਅਤ ਪਾਕਿਸਤਾਨੀ, ਸਾਨੂੰ ਇਹ ਲੱਗਦਾ ਹੈ ਕਿ ਤਾਲੀਮ ਮੈਟ੍ਰਿਕ FA ਕਰਕੇ ਤੇ ਉਸ ਤੋਂ ਬਾਅਦ ਕੋਈ ਮਾਮੂਲੀ ਜਿਹੀ ਸਰਕਾਰੀ ਨੌਕਰੀ ਪਕੜ ਲਈਏ ਤਾਂ ਕਿ ਸਾਡੇ ਆਉਣ ਵਾਲੀ ਜ਼ਿੰਦਗੀ ਪੈਨਸ਼ਨ ਖਾਂਦੇ ਹੋਏ ਮੁਫਤਖੋਰੀ ਦੇ ਵਿੱਚ ਗੁਜ਼ਰ ਜਾਵੇ। ਲੇਕਿਨ ਐਕਚੁਅਲੀ ਨੌਕਰੀ ਦਾ ਕੰਸੈਪਟ ਅੰਗਰੇਜ਼ ਬਰ ਸਗੀਰ ਤੋਂ ਪਹਿਲੇ ਪਾਕਿਸਤਾਨ ਦੇ ਵਿੱਚ ਲਿਆਇਆ ਸੀ। ਪਾਕ ਹਿੰਦ ਵਿੱਚ ਅੰਗਰੇਜ਼ ਦੀ ਇਜਾਦ ਹੈ, ਜਬਕਿ ਇਸਲਾਮ ਸਾਨੂੰ ਤਜਾਰਤ, ਬਿਜ਼ਨਸ, ਕਾਰੋਬਾਰ, ਮੁਖਤਲਿਫ ਨਾਂ ਇਹਨਾਂ ਦੀ ਤਾਲੀਮ ਦਿੰਦਾ ਹੈ ਔਰ ਇਹ ਕੰਸੈਪਟ ਇਸਲਾਮ ਦਾ ਹੈ ਬਿਜ਼ਨਸ ਦਾ। ਅਬ ਚੂੰਕਿ ਕੰਸੈਪਟ ਇਸਲਾਮ ਦਾ ਤਾਂ ਯਕੀਨਨ ਅੱਲਾਹ ਪਾਕ ਦਾ ਜਦੋਂ ਹੁਕਮ ਹੁੰਦਾ ਤਾਂ ਉਸ ਦੇ ਵਿੱਚ ਅੱਲਾਹ ਪਾਕ ਬਰਕਤ ਵੀ ਰੱਖ ਦਿੰਦਾ ਹੈ। ਸੋ ਚਲਦੇ ਹਾਂ ਅੱਜ ਦੀ ਕਹਾਣੀ ਦੀ ਤਰਫ। ਦੋਸਤੋ, ਅੱਜ ਦੀ ਕਹਾਣੀ ਹਮੇਸ਼ਾ ਦੀ ਤਰ੍ਹਾਂ ਮੇਰੇ ਉਸਤਾਦ ਜਨਾਬ ਇਫਤਿਖਾਰ ਅਹਿਮਦ ਉਸਮਾਨੀ ਸਾਹਿਬ ਉਹਨਾਂ ਨੇ ਸੁਣਾਈ ਹੈ ਔਰ ਉਹਨਾਂ ਦੀ ਇਜਾਜ਼ਤ ਦੇ ਨਾਲ ਮੈਂ ਕਹਾਣੀ ਆਪਣੇ ਚੈਨਲ ਤੇ ਅਪਲੋਡ ਕਰ ਰਹੀ। ਦੋਸਤੋ, ਮੈਂ ਬਾਵਰ ਕਰਾਉਂਦਾ ਚਲਾਂ ਕਿ ਕਹਾਣੀ ਦੇ ਕਰੈਕਟਰ, ਉਹਨਾਂ ਦੇ ਨਾਂ ਔਰ ਜਗ੍ਹਾ ਜਿਹੜੀਆਂ ਹਨ ਉਹਨਾਂ ਨੂੰ ਸੀਗੇ ਰਾਜ਼ ਵਿੱਚ ਰੱਖਿਆ ਜਾਂਦਾ ਹੈ। ਮਕਸਦ ਸਿਰਫ ਤੁਹਾਨੂੰ ਇੱਕ ਮੁੱਦਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਤੁਹਾਨੂੰ ਸਬਕ ਹਾਸਲ ਹੋਵੇ ਕਿ ਸਾਡੀ ਜ਼ਿੰਦਗੀ, ਸਾਡੇ ਮਾਸ਼ਰੇ ਦੇ ਵਿੱਚ ਕੀ ਕੀ ਚੀਜ਼ਾਂ ਰੋਨਮਾ ਹੋ ਰਹੀਆਂ ਨੇ ਔਰ ਉਹਨਾਂ ਨੂੰ ਦੇਖਦੇ ਹੋਏ ਅਸੀਂ ਉਹਨਾਂ ਤੋਂ ਕੀ ਕੁਝ ਸਿੱਖ ਸਕਦੇ ਹਾਂ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਤੋਂ, ਉਹਨਾਂ ਗਲਤੀਆਂ ਤੋਂ ਬਚ ਸਕਦੇ ਹਾਂ। ਦੋਸਤੋ, ਅੱਜ ਦੀ ਕਹਾਣੀ ਹੈ ਸਕੀਨਾ ਨਾਂ ਦੀ ਲੜਕੀ ਦੀ। ਸਕੀਨਾ ਕਹਿੰਦੀ ਹੈ ਕਿ ਮੈਂ ਇੱਕ ਗਾਉਂ ਦੀ ਰਹਿਣ ਵਾਲੀ ਹਾਂ ਔਰ ਗੁਰਬਤ ਜ਼ਦਾ ਮਾਹੌਲ ਦੇ ਵਿੱਚ ਲੇਕਿਨ ਤਾਲੀਮ ਹਾਸਲ ਕਰਦੀ ਰਹੀ। ਔਰ ਜਦੋਂ ਕਾਲਜ ਦੌਰ ਦੇ ਵਿੱਚ ਗਈ ਤੇ ਉਸ ਟਾਈਮ ਕਹਿੰਦੀ ਹੈ ਕਿ ਸਾਡੇ ਮੁਹੱਲੇ ਦੇ ਵਿੱਚ ਇੱਕ ਰਿਵਾਜ ਸੀ ਕਿ ਅਸੀਂ ਗਰਮੀਆਂ ਦੇ ਵਿੱਚ ਛੱਤਾਂ ਤੇ ਚਾਰਪਾਈਆਂ ਵਗੈਰਾ ਢਾ ਕੇ ਤੇ ਸੌਂਦੇ ਸਾਂ ਔਰ ਪਾਣੀ ਤਰੋਕ ਕੇ ਚਾਰਪਾਈਆਂ ਲਾਉਣੀਆਂ ਔਰ ਠੰਡੀ ਠੰਡੀ ਹਵਾ ਇੰਜੋਏ ਕਰਨੀ। ਔਰ ਫਿਰ ਸੁਬਾਹ ਉੱਠ ਕੇ ਜਦੋਂ ਰੋਸ਼ਨੀ ਫੈਲ ਜਾਂਦੀ ਸੀ ਤਾਂ ਅਸੀਂ ਥੱਲੇ ਵਾਪਸ ਆ ਜਾਂਦੇ ਸਾਂ ਆਪਣੇ ਕਮਰਿਆਂ ਦੇ ਵਿੱਚ, ਕੱਚੇ ਘਰਾਂ ਦੇ ਵਿੱਚ। ਖੂਬਸੂਰਤ ਜ਼ਿੰਦਗੀ ਸੀ। ਸਕੀਨਾ ਦੱਸਦੀ ਹੈ ਕਿ ਸਾਡੇ ਮੁਹੱਲੇ ਦੇ ਵਿੱਚ ਸਾਡੇ ਸਾਹਮਣੇ ਇੱਕ ਨਵਾਂ ਘਰ ਜ਼ੇਰੇ ਤਾਮੀਰ ਸੀ ਔਰ ਉਹ ਘਰ ਜਿਉਂ ਕੰਪਲੀਟ ਹੋਇਆ ਤੇ ਅਸੀਂ ਆਪਣੀ ਰੂਟੀਨ ਦੇ ਮੁਤਾਬਿਕ ਥੱਲੇ ਆਉਂਦੇ ਸੀ। ਦਿਨ ਨੂੰ ਕੋਈ ਕੰਮ ਹੋਵੇ, ਕੱਪੜੇ ਵਗੈਰਾ ਧੁਲਾਈ ਕਰਕੇ ਉੱਤੇ ਪਾਉਣ ਜਾਈਏ ਤੇ ਸਾਡਾ ਚੱਕਰ ਛੱਤ ਤੇ ਲੱਗਦਾ ਸੀ। ਸਕੀਨਾ ਕਹਿੰਦੀ ਹੈ ਕਿ ਮੇਰਾ ਇੱਕ ਦਫਾ ਇਸੇ ਤਰ੍ਹਾਂ ਆਪਣੀ ਛੱਤ ਦੇ ਉੱਤੇ ਸਾਹਮਣੇ ਵਾਲੇ ਨਵੇਂ ਘਰ ਤੇ ਜਦੋਂ ਨਜ਼ਰ ਪਈ ਤੇ ਇੱਕ ਨੌਜਵਾਨ ਲੜਕਾ ਜਿਸ ਦੀ ਉਮਰ 25 ਤੋਂ 26 ਸਾਲ ਸੀ, ਉਹ ਲੜਕਾ ਐਕਸਰਸਾਈਜ਼ ਕਰ ਰਿਹਾ ਸੀ, ਯਾਨੀ ਕਿ ਡੰਪਲ ਵਗੈਰਾ ਉਠਾ ਰਹੇ ਸੀ, ਡੰਟ ਵਗੈਰਾ ਔਰ ਇਸ ਤਰ੍ਹਾਂ ਦੀ ਬਾਡੀ ਬਿਲਡਿੰਗ ਦਾ ਕੋਈ ਪ੍ਰੈਕਟਿਸ ਕਰ ਰਹੇ ਸੀ। ਕਹਿੰਦੀ ਖੈਰ ਉਸ ਮੈਨੂੰ ਦੇਖਿਆ, ਮੇਰੀ ਨਜ਼ਰ ਉਸ 'ਤੇ ਪਈ ਔਰ ਮੈਂ ਫੌਰਨ ਥੱਲੇ ਆ ਗਿਆ ਔਰ ਬਸਾ ਔਕਾਤ ਇਹ ਸਿਲਸਿਲਾ ਚੱਲਦਾ ਰਿਹਾ ਔਰ ਇੱਕ ਦੂਸਰੇ 'ਤੇ ਸਾਡੀ ਨਜ਼ਰ ਪੈਂਦੀ ਰਹੀ ਔਰ ਵਕਤ ਦੇ ਨਾਲ ਨਾਲ ਸਾਡੀ ਹੈਲੋ ਹਾਏ ਤੱਕ ਹੋ ਗਈ ਔਰ ਈਵਨ ਕਿ ਸਾਨੂੰ ਆਪਸ ਦੇ ਵਿੱਚ ਨੰਬਰ ਵੀ ਸਾਡਾ ਐਕਸਚੇਂਜ ਹੋ ਗਿਆ ਔਰ ਫਿਰ ਲੰਬੀ ਲੰਬੀ ਸਾਡੀ ਗੱਪਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ। ਸਕੀਨਾ ਦੱਸਦੀ ਹੈ ਕਿ ਸਾਡੀ ਮੁਲਾਕਾਤ ਨਹੀਂ ਸੀ ਹੋਈ ਔਰ ਫਿਰ ਅਸੀਂ ਕਿਸੇ ਬਹਾਨੇ ਦੇ ਨਾਲ, ਚੂੰਕਿ ਮੋਬਾਈਲ 'ਤੇ ਸਾਡੀ ਗੱਪਸ਼ਪ ਚੱਲ ਰਹੀ ਸੀ। ਅਬ ਦੋਸਤੋ, ਸਕੀਨਾ ਦੱਸਦੀ ਹੈ ਕਿ ਮੈਂ ਚੂੰਕਿ ਘਰ ਦੇ ਕੱਪੜੇ ਖਿਲਾਰਨੇ ਜਾਂ ਕੋਈ ਹੋਰ ਮੰਜਾ ਬਿਸਤਰਾ ਉੱਤੇ ਲੈ ਜਾਣਾ, ਚੜਾਉਣਾ, ਉਤਾਰਨਾ ਵਗੈਰਾ ਵਗੈਰਾ, ਇਸ ਸਿਲਸਿਲੇ ਦੇ ਵਿੱਚ ਅਕਸਰ ਛੱਤ 'ਤੇ ਚੱਕਰ ਲੱਗਦਾ ਸੀ ਔਰ ਇਸੇ ਦੌਰਾਨ ਮੈਨੂੰ ਉਹ ਲੜਕਾ ਉੱਥੇ ਨਜ਼ਰ ਆਉਂਦਾ ਰਹਿੰਦਾ ਸੀ ਔਰ ਪਤਾ ਨਹੀਂ ਕਿਵੇਂ ਸਾਡੀ ਕਹਾਣੀ ਇਸ਼ਾਰਿਆਂ 'ਤੇ ਗਈ ਔਰ ਇਸ਼ਾਰਿਆਂ ਤੋਂ ਬਾਅਦ ਫਿਰ ਆਹਿਸਤਾ ਆਹਿਸਤਾ ਨੰਬਰ ਐਕਸਚੇਂਜ ਹੋਏ ਔਰ ਫਿਰ ਲੰਬੀ ਕਾਲਾਂ ਸ਼ੁਰੂ ਹੋ ਗਈਆਂ ਔਰ ਫਿਰ ਮੈਨੂੰ ਪਤਾ ਚੱਲਿਆ ਕਿ ਲੜਕੇ ਦਾ ਨਾਂ ਨੁਮਾਨ ਹੈ ਔਰ AC ਫਰਿੱਜਾਂ ਦਾ ਮਕੈਨਿਕ ਹੈ, ਪੜ੍ਹਾ ਲਿਖਾ ਨਹੀਂ ਹੈ
ਤੇ ਮੇਰੀ ਉਹਦੇ ਨਾਲ ਆਸਤਾ ਆਸਤਾ ਮੁਹੱਬਤ ਹੋਣੀ ਸ਼ੁਰੂ ਹੋ ਗਈ। ਉਸਨੂੰ ਮੇਰੇ ਨਾਲ ਹੋ ਗਈ, ਮੈਨੂੰ ਉਸ ਦੇ ਨਾਲ ਹੋ ਗਈ। ਔਰ ਅਲਟੀਮੇਟਲੀ ਕਹਿੰਦੀ ਹੈ ਕਿ ਮੈਂ ਉਹਨਾਂ ਦੇ ਘਰ ਵੀ ਕਿਸੇ ਬਹਾਨੇ ਤੇ ਆਉਣ ਜਾਣ ਸ਼ੁਰੂ ਕੀਤਾ। ਕਿਉਂ ਕਿ ਉਹਦੀ ਵਾਲਦਾ, ਜਿਹਦਾ ਨਾਂ ਸੀ ਸ਼ਬਨਮ ਬੇਗਮ, ਬਹੁਤ ਅੱਛੀ ਖਾਤੂਨ, ਮਿਲਨਸਾਰ ਖਾਤੂਨ ਔਰ ਖੁਸ਼ ਅਖਲਾਕ ਖਾਤੂਨ। ਸ਼ਬਨਮ ਦੱਸਦੀ ਹੈ ਕਿ ਇੱਕ ਉਸਦਾ ਭਾਈ ਸੀ, 10 ਤੋਂ 12 ਸਾਲ ਉਸਦੀ ਉਮਰ ਸੀ, ਸਕੂਲ ਪੜ੍ਹਦਾ ਸੀ, ਕੋਈ ਤੀਸਰੀ ਚੌਥੀ ਜਮਾਤ ਦੇ ਵਿੱਚ ਪੜ੍ਹਦਾ ਸੀ, ਸ਼ਰਾਰਤੀ ਔਰ ਬਹੁਤ ਅੱਛਾ ਬੱਚਾ। ਕਹਿੰਦੀ ਹੈ ਤਾਰਕ ਨਾਂ ਸੀ ਉਹਦਾ। ਔਰ ਫਿਰ ਕੁਝ ਅਰਸੇ ਤੋਂ ਬਾਅਦ ਨੁਮਾਨ ਦੀ ਵਾਲਦਾ ਸ਼ਬਨਮ ਬੇਗਮ ਨੂੰ ਨੁਮਾਨ ਨੇ ਦੱਸ ਦਿੱਤਾ ਕਿ ਮੈਨੂੰ ਸਕੀਨਾ ਨਾਲ ਪਿਆਰ ਹੋ ਗਿਆ ਔਰ ਮੈਂ ਇਹ ਸ਼ਾਦੀ ਉਸਦੇ ਨਾਲ ਕਰਨਾ ਚਾਹਨਾ। ਸਕੀਨਾ ਕਹਿੰਦੀ ਹੈ ਕਿ ਉਹਦੀ ਵਾਲਦਾ ਮੇਰੇ ਕੋਲ ਵੀ ਪੁੱਛਿਆ, ਮੈਂ ਤੇ ਸ਼ਰਮ ਦੀ ਵਜ੍ਹਾ ਤੋਂ ਹਾਂ ਨਹੀਂ ਕਰ ਸਕੀ, ਲੇਕਿਨ ਮੇਰੀ ਮੁਸਕਰਾਹਟ ਜਾਂ ਮੇਰੇ ਚਿਹਰੇ ਦੇ ਤਾਸਰਾਤ ਤੋਂ ਉਸ ਅੰਦਾਜ਼ਾ ਲਾ ਲਿਆ ਕਿ ਮੇਰੇ ਦਿਲ ਦੇ ਵਿੱਚ ਵੀ ਕੁਝ ਨਾ ਕੁਝ ਹੈ। ਸੋ ਸ਼ਬਨਮ ਬੇਗਮ ਮੈਨੂੰ ਤਸੱਲੀ ਦਿੱਤੀ, ਉਸ ਆਖਿਆ ਕਿ ਸਕੀਨਾ ਤੂੰ ਪਰੇਸ਼ਾਨ ਨਹੀਂ ਹੋਣਾ, ਮੈਂ ਇਨਸ਼ਾਅੱਲਾ ਇਹ ਰਿਸ਼ਤਾ ਤੇਰੇ ਘਰ ਵਾਲਿਆਂ ਤੋਂ ਆਪਣੇ ਬੱਚੇ ਵਾਸਤੇ ਹਾਸਲ ਕਰਕੇ ਰਵਾਂਗੀ ਔਰ ਮੈਂ ਫੁੱਲ ਤੁਹਾਡੀ ਸਪੋਰਟ 'ਚ ਹਾਂ ਔਰ ਮੈਂ ਤੁਸੀਂ ਕਿਸੇ ਕਿਸਮ ਦੀ ਟੈਨਸ਼ਨ ਨਹੀਂ ਲੈਣੀ। ਅਬ ਸਕੀਨਾ ਬੇਗਮ ਦਾ ਕੰਮ ਸ਼ੁਰੂ ਹੋ ਗਿਆ ਜਨਾਬ। ਸਕੀਨਾ ਬੇਗਮ ਆਹਿਸਤਾ ਆਹਿਸਤਾ ਉਹਨਾਂ ਦੇ ਘਰ ਆਉਣ ਜਾਣ ਸ਼ੁਰੂ ਕੀਤਾ ਔਰ ਉਸਨੇ ਫਿਰ ਆਸਤਾ ਆਸਤਾ ਗੱਲਬਾਤ ਛੇੜਨੀ ਸ਼ੁਰੂ ਕੀਤੀ ਕਿ ਤੁਹਾਡੀ ਬੱਚੀ ਮੈਨੂੰ ਬਹੁਤ ਮੇਰੀ ਤਾਰੀਫਾਂ ਕਰਨੀਆਂ ਔਰ ਮੇਰੇ ਵਾਲਿदैन ਨੂੰ ਕਾਇਲ ਕਰਨਾ। ਮੇਰੇ ਵਾਲਿदैन ਮੰਨਦੇ ਤਾਂ ਨਹੀਂ ਸਨ, ਲੇਕਿਨ ਸਕੀਨਾ ਬੇਗਮ ਚੂੰਕਿ ਇੱਕ ਬਹੁਤ ਅੱਛੀ ਖਾਤੂਨ ਸੀ, ਉਸਦਾ ਇਹ ਹੁਨਰ ਸੀ ਕਿ ਉਸ ਕਿਸੇ ਤਰ੍ਹਾਂ ਮੇਰੇ ਵਾਲਿदैन ਨੂੰ ਮਨਾ ਲਿਆ ਔਰ ਅਲਟੀਮੇਟਲੀ ਮੇਰੇ ਵਾਲਿदैन ਨੇ ਹਾਂ ਕਰ ਦਿੱਤੀ। ਸਕੀਨਾ ਦੱਸਦੀ ਹੈ ਕਿ ਅਸੀਂ ਇੰਤਹਾਈ ਖੁਸ਼, ਨੁਮਾਨ ਵੀ ਖੁਸ਼, ਮੈਂ ਵੀ ਖੁਸ਼ ਔਰ ਸਕੀਨਾ ਬੇਗਮ ਨੇ ਫਿਰ ਸਾਨੂੰ ਮੁਬਾਰਕਬਾਦ ਵੀ ਦਿੱਤੀ ਔਰ ਸਿਲਸਿਲਾ ਚੱਲਦਾ ਰਿਹਾ। ਫਿਰ ਇੱਕ ਦਿਨ ਐਸਾ ਹੋਇਆ ਕਿ ਸਾਡੀ ਇਹ ਗੱਲ ਸਾਡੇ ਖਾਨਦਾਨ ਦੇ ਵਿੱਚ ਮੇਰੀ ਵਜ੍ਹਾ ਤੋਂ ਲੀਕ ਹੋਈ। ਮੇਰੀ ਕਜ਼ਨ ਨੂੰ ਪਤਾ ਚੱਲਿਆ, ਹੈਕ ਨੂੰ, ਕਿਉਂਕਿ ਮੇਰੀ ਸਹੇਲੀ ਦੀ ਤਰ੍ਹਾਂ ਮੇਰੀ ਕਜ਼ਨ ਸੀ ਔਰ ਮੈਂ ਉਸਨੂੰ ਦੱਸ ਬੈਠੀ ਹਾਂ ਕਿ ਮੈਨੂੰ ਨੁਮਾਨ ਦੇ ਨਾਲ ਇਸ ਤਰ੍ਹਾਂ ਮੁਹੱਬਤ ਹੋ ਗਈ ਸੀ ਔਰ ਸ਼ਬਨਮ ਬੇਗਮ ਨੇ ਫਿਰ ਉਸਨੂੰ ਅਮਲੀ ਜਾਮਾ ਪਹਿਨਾਇਆ ਔਰ ਮੇਰੇ ਵਾਲਿदैन ਕੋਲੋਂ ਮੇਰਾ ਹੱਥ ਮੰਗ ਲਿਆ ਤੇ ਸਾਡੀ ਮੰਗਣੀ ਹੋ ਗਈ। ਅਬ ਰਿਸ਼ਤੇਦਾਰਾਂ ਦਾ ਕਹਿੰਦੀ ਹੈ ਕਿ ਸਾਡੇ ਘਰ ਜਿਉਂ ਆਉਣ ਜਾਣ ਸ਼ੁਰੂ ਹੋਇਆ ਤੇ ਉਹਨਾਂ ਸਾਡੇ ਘਰ ਵਾਲਿਆਂ ਨੂੰ ਪੰਪ ਕਰ ਦਿੱਤਾ, ਯਾਨੀ ਕਿ ਸਾਡੇ ਖਿਲਾਫ ਕਰ ਦਿੱਤਾ ਕਿ ਇਹ ਲਵ ਮੈਰਿਜ ਸੀ, ਜਿਸ ਨੂੰ ਸ਼ਬਨਮ ਬੇਗਮ ਨੇ ਬੜੀ ਚਾਲਾਕੀ ਦੇ ਨਾਲ ਅਰੇਂਜ ਮੈਰਿਜ ਦੇ ਵਿੱਚ ਕਨਵਰਟ ਕੀਤੇ। ਲਿਹਾਜ਼ਾ ਤੁਹਾਡੀ ਬੱਚੀ ਨੂੰ ਉਸ ਲੜਕੇ ਦੇ ਨਾਲ ਮੁਹੱਬਤ ਸੀ ਔਰ ਉਸ ਲੜਕੇ ਨੂੰ ਤੁਹਾਡੀ ਬੱਚੀ ਦੇ ਨਾਲ ਮੁਹੱਬਤ ਸੀ ਔਰ ਇਹਨਾਂ ਇਹ ਇੱਕ ਚਾਲਾਕੀ ਦੇ ਜ਼ਰੀਏ ਤੁਹਾਡੇ ਕੋਲੋਂ ਰਿਸ਼ਤਾ ਹਾਸਲ ਕੀਤਾ। ਕਹਿੰਦੀ ਹੈ ਕਿ ਮੇਰੀ ਮੰਗਣੀ ਹੋ ਚੁੱਕੀ ਸੀ ਔਰ ਮੇਰੇ ਵਾਲਿदैन ਨੇ ਸ਼ਬਨਮ ਬੇਗਮ ਨੂੰ ਬੁਲਾਇਆ ਔਰ ਕੱਪੜੇ ਔਰ ਜੋ ਅੰਗੂਠੀ ਉਹਨਾਂ ਸਾਨੂੰ ਦਿੱਤੀ ਸੀ ਉਹਦੇ ਮੂੰਹ ਤੇ ਮਾਰੀ ਔਰ ਉਹਨੂੰ ਦੱਸਿਆ ਕਿ ਇਹ ਮੰਗਣੀ ਅੱਜ ਤੋਂ ਖਤਮ ਹੈ। ਕਹਿੰਦੀ ਹੈ ਉਸ ਟਾਈਮ ਤੇ ਹਾਲਾਤ ਚੂੰਕਿ ਗਰਮ ਸਨ ਔਰ ਸ਼ਬਨਮ ਬੇਗਮ ਆਰਾਮ ਨਾਲ ਉਹ ਚੀਜ਼ਾਂ ਲੈ ਕੇ ਆਪਣੇ ਘਰ ਚਲੀ ਗਈ, ਲੇਕਿਨ ਸ਼ਬਨਮ ਬੇਗਮ ਇੰਤਹਾਈ ਮਿਲਨਸਾਰ, ਖੁਸ਼ ਅਖਲਾਕ ਔਰ ਬਹੁਤ ਜਿਸ ਕੰਮ ਨੂੰ ਠਾਣ ਲਵੇ ਉਸ ਪੂਰਾ ਉਤਰਨਾ ਹੁੰਦਾ ਸੀ। ਕਹਿੰਦੀ ਹੈ ਕਿ ਤੁਸੀਂ ਦੋਹਾਂ ਟੈਨਸ਼ਨ ਨਹੀਂ ਲੈਣੀ, ਮੇਰਾ ਕੰਮ ਹੈ ਕਿ ਮੈਂ ਉਹਨਾਂ ਨੂੰ ਮਨਾਉਣਾ ਔਰ ਕਿਸ ਤਰ੍ਹਾਂ ਮਨਾਉਣਾ ਇਹ ਮੇਰਾ ਫਨ ਹੈ ਔਰ ਤੁਸੀਂ ਦੇਖ ਲੈਣਾ, ਮੈਂ ਉਹਨਾਂ ਨੂੰ ਮਨਾ ਕੇ ਛੋੜਾਂਗੀ। ਅਬ ਆਹਿਸਤਾ ਆਹਿਸਤਾ ਉਹਨੇ ਗੱਲਬਾਤ ਸ਼ੁਰੂ ਕੀਤੀ। ਉਹਨੇ ਕਿਹਾ ਬਈ ਕੋਈ ਇਸ਼ੂ ਨਹੀਂ ਹੈ, ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਉਹ ਪਿਆਰ ਮੁਹੱਬਤ ਕਰਦੇ ਨੇ ਜਾਂ ਜੋ ਵੀ ਹੈ, ਲੇਕਿਨ ਮੈਨੂੰ ਤੁਹਾਡੀ ਬੱਚੀ ਪਸੰਦ ਆ ਗਈ ਸੀ ਤੇ ਮੈਂ ਉਹਦਾ ਰਿਸ਼ਤਾ ਤੁਹਾਡੇ ਕੋਲੋਂ ਮੰਗਿਆ। ਇਹ ਤੁਹਾਨੂੰ ਕਿਸੇ ਗਲਤ ਦੱਸਿਆ, ਬਹਰਹਾਲ ਜੈਸੇ ਤੈਸੇ ਕਰਕੇ ਵਾਲਿदैन ਨਾ ਮੰਨੇ। ਫਿਰ ਉਸਨੇ ਚੂੰਕਿ ਕਾਫੀ ਅਰਸੇ ਤੋਂ ਸਾਡੇ ਮਹੱਲੇ ਦੇ ਵਿੱਚ ਰਹਿ ਰਹੀ ਸੀ ਔਰ ਉਸਨੂੰ ਸਕੀਨਾ ਕਹਿੰਦੀ ਹੈ ਕਿ ਸ਼ਬਨਮ ਬੇਗਮ ਨੂੰ ਸਾਡੇ ਤਮਾਮ ਰਿਸ਼ਤੇਦਾਰਾਂ ਦਾ ਪਤਾ ਸੀ ਕਿ ਕੌਣ ਕਿੱਥੇ ਰਹਿ ਰਹੇ। ਲਿਹਾਜ਼ਾ ਉਸਨੇ ਇਸ ਤਰ੍ਹਾਂ ਕੀਤਾ ਕਿ ਉਸਨੇ ਤਮਾਮ ਰਿਸ਼ਤੇਦਾਰਾਂ ਦੇ ਘਰ ਜਾ ਕੇ ਉਹਨਾਂ ਨੂੰ ਇੱਕ ਮੀਟਿੰਗ ਦਾ ਕਹਿ ਦਿੱਤਾ ਕਿ ਉਹਨਾਂ ਦੇ ਘਰ, ਸਾਡੇ ਘਰ ਦਾ ਦੱਸਿਆ ਕਿ ਉਹਦੇ ਅੱਬੂ ਕੋਲ ਇੱਕ ਮੀਟਿੰਗ ਮੈਂ ਰੱਖਣੀ ਹੈ ਤੇ ਤੁਸੀਂ ਸਾਰੇ ਉੱਥੇ ਆਉਣਾ ਹੈ। ਅਬ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਉਸ ਦਿਨ ਤੇ ਕਹਿੰਦੇ ਸਾਡੇ ਘਰ ਆ ਗਈ। ਸ਼ਬਨਮ ਬੇਗਮ ਚੂੰਕਿ ਰੋਜ਼ਾਨਾ ਬੇਸ ਤੇ ਸਾਡੇ ਘਰ ਵਾਲਿਆਂ ਦੀ ਮਿੰਨਤਾਂ ਕਰਦੀ ਰਹਿੰਦੀ ਸੀ, ਮਨਾਉਂਦੀ ਰਹਿੰਦੀ ਸੀ, ਲੇਕਿਨ ਮੇਰੇ ਘਰ ਵਾਲੇ ਨਹੀਂ ਸੀ ਮੰਨ ਰਹੇ। अब जो सारे रिलेटिव आ गए तो उसने सिर्फ और सिर्फ एक सवाल पूछे। उस आखे तमाम लोग बच्चों वाले मैनू ये दसो कि हर बंदे की ख्वाहिश होंदी है कि साड़ी बच्ची
ਜਿੱਥੇ ਅਸੀਂ ਸ਼ਾਦੀ ਕਰੀਏ ਤੇ ਉਹਦੇ ਖਾਵੰਦ ਦੇ ਨਾਲ ਉਹਦੀ ਮੁਹੱਬਤ ਹੋਵੇ ਔਰ ਇਸ ਚੀਜ਼ ਦੇ ਵਿੱਚ ਵਾਲਿदैन ਖੁਸ਼ ਹੋਣ। अब ਮੈਨੂੰ ਇਹ ਦੱਸੋ ਕਿ ਇਹ ਕਿਹੜੀ ਬੁਰਾਈ ਹੈ ਕਿ ਸ਼ਾਦੀ ਤੋਂ ਪਹਿਲੇ ਮੁਹੱਬਤ ਹੋ ਗਈ ਔਰ ਜ਼ਾਹਿਰ ਹੈ ਕਿ ਜਦੋਂ ਇਹਨਾਂ ਦੀ ਮੁਹੱਬਤ ਪਹਿਲੇ ਦੀ ਹੈ ਤੇ ਇਹਨਾਂ ਤੇ ਬਹੁਤ ਅੱਛੀ ਜ਼ਿੰਦਗੀ ਗੁਜ਼ਾਰਨੀ ਹੈ ਔਰ ਲਿਹਾਜ਼ਾ ਇਹ ਕਿਉਂ ਨਹੀਂ ਮੰਨਦੇ। ਇਸ ਗੱਲ ਦਾ ਕਿਸੇ ਬੰਦੇ ਕੋਲ ਕੋਈ ਜਵਾਬ ਨਹੀਂ ਸੀ, ਸਭ ਚੁੱਪ ਹੋ ਗਏ ਔਰ ਉਹਨਾਂ ਸਾਰਿਆਂ ਨੇ ਫਿਰ ਕਹਿੰਦੀ ਹੈ ਕਿ ਮੇਰੇ ਵਾਲਿदैन ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਸ਼ਬਨਮ ਬੇਗਮ ਜਿਹੜੀ ਗੱਲ ਕਰ ਰਹੀ ਹੈ ਬਹੁਤ ਅੱਛੀ ਗੱਲ ਕਰ ਰਹੀ ਹੈ ਤੇ ਲਿਹਾਜ਼ਾ ਤੁਹਾਨੂੰ ਇਨਕਾਰ ਨਹੀਂ ਕਰਨਾ ਚਾਹੀਦਾ। ਕਹਿੰਦੀ ਹੈ ਅਲਟੀਮੇਟਲੀ ਮੇਰੇ ਵਾਲਿदैन ਮੰਨ ਗਏ ਔਰ ਫਿਰ ਦੁਬਾਰਾ ਸਾਡੀ ਉਹ ਮੰਗਣੀ ਬਹਾਲ ਹੋ ਗਈ ਔਰ ਕਹਿੰਦੀ ਹੈ ਕਿ ਕੁਝ ਅਰਸੇ ਤੋਂ ਬਾਅਦ ਫਿਰ ਸਾਡੀ ਸ਼ਾਦੀ ਹੋ ਗਈ ਔਰ ਮੈਂ ਵਿਆਹ ਕੇ ਉਹਨਾਂ ਦੇ ਘਰ ਚਲੀ ਗਈ। ਅਬ ਪਹਿਲੇ ਚੂੰਕਿ ਮੈਂ ਆਪਣੇ ਘਰ ਰਹਿੰਦੀ ਸੀ, ਮੈਨੂੰ ਇਤਨਾ ਬਾਰੀਕੀ ਦੇ ਵਿੱਚ ਉਹਨਾਂ ਦੇ ਘਰ ਦਾ ਮਾਹੌਲ ਨਹੀਂ ਸੀ ਪਤਾ, ਲੇਕਿਨ ਮੈਂ ਜਿਉਂ ਸ਼ਾਦੀ ਹੋ ਕੇ ਨੁਮਾਨ ਦੇ ਘਰ ਆਈ ਹਾਂ, ਕਹਿੰਦੀ ਹੈ ਕਿ ਮੇਰੀ ਸੱਸ शबनम बेगम इतनी अच्छी औरत के कहती है मैं यानी कि तसव्वुर नहीं सी कर सकती कि इतनी अच्छी औरत मेरी सस होएगी और इतना अच्छा मेरा खावंद होएगा। सो बहुत अच्छा मेरा उत्थे टाइम गुजरदा रहा, इंतहाई अच्छे लोग, बहुत गपशप वाली, यानी कि मैनू बोर होने दे कोई वो नहीं सी। वो एक दोस्त दी दोस्त सी, एक वालदा दी वालदा सी, एक सहेली दी सहेली सी और हर वो खूबी ਉਹਦੇ ਵਿੱਚ ਐਸੀ ਕਿ ਜੋ ਕਿਸੇ ਔਰਤ ਦੇ ਵਿੱਚ ਹੋਣੀ ਚਾਹੀਦੀ ਹੈ। अब दोस्तों शबनम कहती है कि साड़ी शादी हो गई, मैं खैर खैरियत नाल उस घर दे विच आ गई, बहुत अच्छी जिंदगी, एक मिसाली जिंदगी गुजर रही सी। और नौमान साहब चूंकि एसी फ्रिजां दे मकैनिक सन, उन्हां आहिस्ता आहिस्ता अपने काम नूं बनाना शुरू किया। बहुत मुहब्बत करने वाले खावन, बहुत अच्छे खावन, तो उन्होंने अपने बिजनेस से तवज्जो देनी शुरू कर दी थी। उन्होंने पुराने फ्रिज खरीदने, पुराने एसी खरीदने, उन्होंने रिपेयर वगैरह करके और फिर उन्होंने अच्छी कीमत ते सेल कर देना। प्रॉफिट बढ़ता रहा और काम उसका बढ़ता रहा। अल्टीमेटली उसने नवे एसी और नवे फ्रिज एक शॉप बढ़ा ली और काम उन्होंने इंतहाई बढ़ गया, लेकिन उस दे विच उसनू एक पार्टनर की जरूरत सी और एक अच्छा जिहा दोस्त अपना जान पहचान वाला उसने अपने नाल पार्टनर रख लिया और काम उन्हों का इंतहाई अच्छी कंडीशन चला गया। फाइनैंशली तौर पर नौमान साहब स्ट्रोंग होंदे गए। पहले भी वो मकैनिक सन और मकैनिक बहुत अच्छे मकैनिक सन, लिहाजा साडा कोई हाथ तंग नहीं सी, किसी किस्म का कोई मसला नहीं सी, बहुत अच्छी जिंदगी गुजर रही सी। लेकिन अब चूंकि उन्होंने एक शॉप बढ़ा ली सी प्रॉपर ते काम नूं वधा लिया सी, लिहाजा और बेहतर निज़ाम हो गया साडे घर दा। कहंदी है एक दिन की होया कि जिहड़ा नौमान दे नाल पार्टनर सी बंदा, उस बंदे ने नौमान नाल एक बहुत बड़ा फ्रॉड किया। उन्हां कंपनी विचों चूंकि समान लोन ते लिया सी और बिजनेस नूं चला रहे सन, वो बंदा फ्रॉड करके ते कहंदी है कोई तकरीबन 75 तो 80 लाख के दरमियान पैसे गबन करके ते गायब हो गया। अब नौमान ने पैसे देने सन कंपनियों के विच, लिहाजा नौमान इंतहाई परेशानी के आलम विच दुकान बंद करके छुपदार फिर और उसके खिलाफ FIR भी हो गई। जाहिर है जिन्होंने देने सन उन्होंने तो इस चीज़ नाल कोई गरज नहीं है कि किसी ने इहदे नाल फ्रॉड कर ले या जो भी मसला है। अब नौमान जनाब घरों बाहर ना निकले, क्योंकि बाहर निकलते तो एक तो उन्होंने जान का भी खतरा, काफ़ी सारे पैसे सन, और दूसरा पुलिस उन्होंने चाह के थाने भी लेके जा सकती सी। लिहाजा काफ़ी सोच विचार तो बाद उन्हें अपने किसी दोस्त नाल राबता करके, किसी तवसत नाल राबता करके यूरोप डंकी ला के जान का फैसला किया और उन्हें घर वालों तो इजाज़त मंगी। मैं तो उन्होंने कभी भी इजाज़त नहीं सी देनी, लेकिन हालात नूं देखते हुए मजबूरन मैनू इजाज़त देनी पई। ते नौमान कोई 8-10 लाख रुपए ला के डंकी हुंदी है दोस्तों के गैर कानूनी तरीके नाल बलोचिस्तान, ईरान, तुर्की और इस रस्ते ते चोरी छुपे किसी एजेंट के थ्रू यूरोप दे विच जाना गैर कानूनी कहलांदा है और इसनूं डंकी कहा जाता है। इस दे विच इंतहाई खतरनाक काम है, इहदे विच जान का भी खतरा हुंदा है और बहुत सारी मुश्किलात झीलने तो बाद बंदा कामयाब होंदा है और बहुत कम लोग होने कि जिहड़े कामयाब होने। ज़्यादातर लोग नाकाम होकर वापस ही आना पैंदा है, पैसे का भी ज़िया हो जाता है।
ਬਾਹਰ ਕੈਫ ਉਹ ਦੱਸਦੀ ਹੈ ਕਿ ਨੁਮਾਨ ਕਾਮਯਾਬ ਹੋ ਗਿਆ ਔਰ ਉਹ ਯੂਰਪ ਦੇ ਕਿਸੇ ਮੁਲਕ ਦੇ ਵਿੱਚ ਚਲਾ ਗਿਆ ਔਰ ਮਕੈਨਿਕ ਤੇ ਉਹ ਹੈ ਸੀ। ਆਸਤਾ ਆਸਤਾ ਉਹਨੇ ਉੱਥੇ ਬਹੁਤ ਅੱਛਾ ਨਿਜ਼ਾਮ ਚਲਾ ਲਿਆ, ਕੰਮ ਕਰਦਾ ਰਿਹਾ ਔਰ ਫਿਰ ਮਕੈਨਿਕ ਬੰਦੇ ਦੀ ਕਿਉਂਕਿ ਮੰਗ ਹੈ ਆਊਟ ਕੰਟਰੀਆਂ ਦੇ ਵਿੱਚ, ਲਿਹਾਜ਼ਾ ਬਹੁਤ ਅੱਛੇ ਤਰੀਕੇ ਨਾਲ ਉਹਦਾ ਕੰਮ ਚੱਲ ਪਿਆ। ਫਾਈਨੈਂਸ਼ਲੀ ਤੌਰ ਤੇ ਪੈਸੇ ਉਸਨੇ 3 ਸਾਲਾਂ ਵਿੱਚ ਉਹ ਸਾਰਾ ਕਰਜ਼ ਖ਼ਤਮ ਕਰ ਦਿੱਤਾ, ਸਾਰੇ ਮਾਮਲਾਤ ਸਿੱਧੇ ਕਰ ਦਿੱਤੇ ਔਰ ਘਰ ਵੀ ਇੱਕ ਅੱਛੀ ਖਾਸੀ ਅਮਾਊਂਟ ਭੇਜਦਾ ਰਿਹਾ। ਔਰ ਜਦੋਂ ਉਸਨੂੰ 4-5 ਸਾਲ ਹੋ ਗਏ ਤੇ ਜ਼ਾਹਿਰ ਹੈ ਉਸਦਾ ਛੋਟਾ ਭਰਾ ਤਾਰਿਕ ਵੀ ਬੜਾ ਹੋ ਗਿਆ ਸੀ, 18-19 ਸਾਲ ਦਾ ਹੋ ਗਿਆ ਸੀ ਔਰ ਉਸਨੇ ਇੱਕ ਦਿਨ ਦੀ ਹੈ ਕਿ ਮੇਰੇ ਕਮਰੇ ਦੇ ਵਿੱਚ ਝਾਂਕਣ ਦੀ ਕੋਸ਼ਿਸ਼ ਕੀਤੀ ਔਰ ਅਕਸਰ ਉਹ ਮੇਰੇ ਹੱਥ ਨੂੰ ਟੱਚ ਕਰਕੇ ਗੁਜ਼ਰਿਆ ਕਰਦਾ ਸੀ। ਮੈਂ ਤੇ ਕਦੇ ਤਵੱਜੋ ਇਸ ਵਾਸਤੇ ਨਹੀਂ ਦਿੱਤੀ ਕਿ ਮੈਂ ਉਸਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਦੀ ਸੀ, ਲੇਕਿਨ ਮੇਰੀ ਸੱਸ ਸ਼ਬਨਮ ਬੇਗਮ ਮੈਨੂੰ ਦੱਸਿਆ ਕਿ ਸਕੀਨਾ ਤੂੰ ਮੁਹਤਾਤ ਰਹਿਣਾ, ਤਾਰਿਕ ਦੇ ਹਾਲਾਤ ਜਿਹੜੇ ਮੈਂ ਦੇਖ ਰਹੀ ਹਾਂ ਉਹ ਕੋਈ ਅੱਛੇ ਨਹੀਂ ਨਜ਼ਰ ਆ ਰਹੇ। ਮੈਂ ਵੀ ਉਹਨੂੰ ਸਮਝਾਵਾਂਗੀ ਲੇਕਿਨ ਤੂੰ ਪਰੇਸ਼ਾਨ ਨਹੀਂ ਹੋਣਾ, ਲੇਕਿਨ ਇਸ ਤੋਂ ਇਹਤਿਆਤ ਜ਼ਰੂਰ ਕਰਨੀ ਹੈ। ਕਹਿੰਦੀ ਹੈ ਇੱਕ ਦਫਾ ਉਸਨੇ ਮੇਰੇ ਕਮਰੇ ਵਿੱਚ ਆ ਕੇ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਂ ਚੀਖਣਾ ਚਲਾਣਾ ਕੀਤਾ ਔਰ ਮੇਰੀ ਸੱਸ ਵੀ ਆ ਗਈ ਔਰ ਉਹਨੂੰ ਅਸਾਂ ਮਾਰ ਕੁੱਟ ਕੇ ਕਮਰੇ ਤੋਂ ਬਾਹਰ ਕੱਢਿਆ ਔਰ ਮੇਰੀ ਸੱਸ ਵੀ, ਮੈਂ ਵੀ ਰੋਣਾ ਸ਼ੁਰੂ ਕਰ ਦਿੱਤਾ, ਮੇਰੀ ਸੱਸ ਵੀ ਪਰੇਸ਼ਾਨ। ਤੇ ਮੈਂ ਉਹਨੂੰ ਦੱਸਿਆ ਅੰਮੀ ਹੁਣ ਕੀ ਕਰਨਾ ਚਾਹੀਦਾ। ਉਸ ਮੈਨੂੰ ਦੱਸਿਆ ਕਿ ਤੂੰ ਇਸ ਗੱਲ ਨੂੰ ਫਿਲਹਾਲ ਛੁਪਾ ਦੇ। ਉਸਦੀ ਵਜ੍ਹਾ ਇਹ ਹੈ ਕਿ ਅਗਰ ਤੂੰ ਨੁਮਾਨ ਨੂੰ ਦੱਸੇਂਗੀ ਤੇ ਉਹ ਪਰਦੇਸ ਦੇ ਵਿੱਚ ਉਹਦੇ ਡਾਕੂਮੈਂਟ ਵੀ ਨਹੀਂ ਬਣੇ ਔਰ ਬੜੀ ਪਰੇਸ਼ਾਨੀਆਂ ਦਾ ਮਸਲਾ ਹੈ, ਲਿਹਾਜ਼ਾ ਇਸ ਨੂੰ ਆਪਣੇ ਤੱਕ ਰੱਖ ਤੇ ਮੈਂ ਉਸ ਨੂੰ ਸਮਝਾਵਾਂਗੀ, ਉਹ ਤੇਰੇ ਕੋਲੋਂ ਮਾਜ਼ਰਤ ਕਰੇਗਾ ਔਰ ਨੈਕਸਟ ਇਨਸ਼ਾਅੱਲਾ ਇਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਹੋਏਗੀ, ਇਸ ਤਰ੍ਹਾਂ ਦਾ ਮਾਮਲਾ ਨਹੀਂ ਹੋਏਗਾ ਤੇ ਪਰੇਸ਼ਾਨ ਬੇਟਾ ਨਹੀਂ ਹੋਣਾ। ਕਹਿੰਦੀ ਹੈ ਵਕਤ ਗੁਜ਼ਰਦਾ ਰਿਹਾ, ਅਬ ਮੈਂ ਇਹਤਿਆਤ ਸ਼ੁਰੂ ਕਰ ਦਿੱਤੀ ਔਰ ਉਸਦੀ ਇਸ ਹਰਕਤ ਦੀ ਵਜ੍ਹਾ ਤੋਂ ਕਹਿੰਦੀ ਹੈ ਕਿ ਮੈਨੂੰ ਉਹਦੇ ਕੋਲ ਅੱਛੀ ਖਾਸੀ ਨਫ਼ਰਤ ਹੋ ਗਈ ਔਰ ਮੈਂ ਦੇਖ ਕੇ ਤੇ ਘਬਰਾ ਜਾਂਦੀ ਸੀ। ਕਹਿੰਦੀ ਹੈ ਇੱਕ ਦਿਨ ਰਾਤ ਨੂੰ ਮੈਂ ਆਪਣੇ ਕਮਰੇ 'ਚ ਸੁੱਤੀ ਔਰ ਨੁਮਾਨ ਤਾਰਿਕ ਨੇ ਫਿਰ ਉਹੀ ਹਰਕਤ ਕੀਤੀ ਔਰ ਮੇਰੀ ਅੱਖ ਲੱਗੀ ਸੀ ਔਰ ਉਸਨੇ ਦਰਵਾਜ਼ੇ ਦੇ ਪਿੱਛੇ ਕੁੰਡੀ ਲਾ ਕੇ ਤੇ ਜਦੋਂ ਮੇਰੀ ਅੱਖ ਅਚਾਨਕ ਖੜਖੜ ਤੇ ਖੁੱਲੀ ਹੈ ਤੇ ਕਹਿੰਦੀ ਹੈ ਮੈਂ ਦੇਖਿਆ ਕਮਰੇ ਨੂੰ ਕੁੰਡੀ ਲੱਗੀ ਹੈ। ਦੁਬਾਰਾ ਉਸਨੇ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਦੁਬਾਰਾ ਮੈਂ ਸ਼ੋਰ ਮਚਾ ਦਿੱਤਾ, ਮੇਰੀ ਸੱਸ ਆ ਗਈ ਔਰ ਉਸਨੂੰ ਨਸਾ ਦਿੱਤਾ ਔਰ ਅਗਲੇ ਦਿਨ ਉਸਨੇ ਮਾफ़ੀ ਮੰਗੀ ਆਪਣੀ ਵਾਲਦਾ ਤੋਂ ਵੀ ਔਰ ਮੇਰੇ ਤੋਂ ਵੀ। ਤੇ ਅਸਾਂ ਤੇ ਪਰੇਸ਼ਾਨ ਹੋ ਗਏ ਹਾਂ ਕਿ ਇਹ ਮਾਮਲਾ ਇੱਥੇ ਸਿੱਧਾ ਹੋਣ ਵਾਲਾ ਨਹੀਂ ਹੈ, ਇਹ ਕੋਈ ਪਰੇਸ਼ਾਨੀ ਵਾਲੀ ਸਾਈਡ ਤੇ ਜਾ ਰਹੇ। ਬਾਹਰ ਕੈਫ ਅਸੀਂ ਬਰਦਾਸ਼ਤ ਕਰਦੇ ਰਹੇ ਔਰ ਇੱਕ ਦਿਨ ਪਤਾ ਨਹੀਂ ਤਾਰਿਕ ਨੇ ਚਾਹ ਦੇ ਵਿੱਚ ਜਾਂ ਦੁੱਧ ਦੇ ਵਿੱਚ ਕੋਈ ਨਸ਼ਾਵਰ ਚੀਜ਼ ਮੈਨੂੰ ਕਿਸ ਤਰ੍ਹਾਂ ਪਿਲਾਈ ਮੈਨੂੰ ਖੁਦ ਨਹੀਂ ਪਤਾ। ਕਹਿੰਦੀ ਹੈ ਜਿਸ ਟਾਈਮ ਮੈਨੂੰ ਹੋਸ਼ ਆਇਆ ਮੈਂ ਉੱਠੀ ਤਾਂ ਉਸ ਟਾਈਮ ਅੰਮੀ ਮੇਰੇ ਕੋਲ ਬੈਠੀ ਸੀ ਔਰ ਮੇਰੀ ਇੱਜ਼ਤ ਲੁੱਟ ਚੁੱਕੀ ਸੀ ਔਰ ਤਾਰਿਕ ਘਰ ਤੋਂ ਫਰਾਰ ਹੋ ਗਿਆ ਸੀ। ਕਹਿੰਦੀ ਮੈਂ ਤੇ ਇੰਤਹਾਈ ਮੇਰੀ ਅੱਖਾਂ ਅੱਗੇ ਅੰਧੇਰਾ ਆ ਗਿਆ, ਬੇਹੋਸ਼ ਹੋ ਗਈ। ਖੈਰ ਮੇਰੀ ਅੰਮੀ ਨੇ ਮੈਨੂੰ ਤਸੱਲੀ ਦਿੱਤੀ ਔਰ ਉਸ ਕਿਹਾ ਕਿ ਹੁਣ ਇਹ ਗੱਲ ਛੁਪਾਉਣ ਵਾਲੀ ਨਹੀਂ ਹੈ, ਲਿਹਾਜ਼ਾ ਤੂੰ ਹੁਣ ਇਸ ਮਾਮਲੇ ਨੂੰ ਨੁਮਾਨ ਦੇ ਸਾਹਮਣੇ ਪੇਸ਼ ਕਰ ਦੇ, ਕਿਉਂਕਿ ਹੁਣ ਕੰਮ ਮੇਰੇ ਵੀ ਕੰਟਰੋਲ ਤੋਂ 2-4 ਦਫਾ ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਹੁਣ ਮੇਰੇ ਕੰਟਰੋਲ ਤੋਂ ਬਾਹਰ ਹੈ, ਲਿਹਾਜ਼ਾ ਤੂੰ ਨੁਮਾਨ ਨੂੰ ਇਸ ਮਸਲੇ ਦੇ ਬਾਰੇ ਵਿੱਚ ਆਗਾਹ ਕਰ ਦੇ। ਸਕੀਨਾ ਕਹਿੰਦੀ ਹੈ ਕਿ ਜਦੋਂ ਮੈਂ ਕੋਸ਼ਿਸ਼ ਕੀਤੀ ਕਿ ਨੁਮਾਨ ਨੂੰ ਮੈਂ ਦੱਸ ਦੇਵਾਂ, ਅਜੇ 1-2 ਦਿਨ ਸੋਚ ਵਿਚਾਰ ਦੇ ਵਿੱਚ ਹੀ ਹੈ ਸਾਂ, ਇੰਤਹਾਈ ਪਰੇਸ਼ਾਨੀ ਦਾ ਆਲਮ ਸੀ। ਕਹਿੰਦੀ ਹੈ ਮੈਂ ਜਦੋਂ ਕਾਲ ਕਰਨ ਦੇ ਬਾਰੇ ਹੀ ਸੋਚਿਆ ਤੇ ਅਚਾਨਕ ਨੁਮਾਨ ਦੀ ਕਾਲ ਆ ਗਈ ਔਰ ਉਸਨੇ ਮੁਬਾਰਕਬਾਦ ਦਿੱਤੀ ਕਿ ਜੀ ਮੇਰੇ ਡਾਕੂਮੈਂਟ ਕੰਪਲੀਟ ਹੋ ਚੁੱਕੇ ਨੇ, ਲਿਹਾਜ਼ਾ ਮੈਂ 1-2 ਦਿਨਾਂ ਤੱਕ ਆ ਰਿਹਾ ਪਾਕਿਸਤਾਨ। ਤਾਰਿਕ ਨੂੰ ਮੈਂ ਅਲੱਗਾ ਮਕਾਨ ਆਪਣੇ ਵਾਸਤੇ ਅਲੱਗਾ ਮਕਾਨ ਬਣਾਉਣਾ VIP ਕਿਸਮ ਦਾ ਔਰ ਇਹ ਜਿਹੜਾ ਪੁਰਾਣਾ ਮਕਾਨ ਹੈ ਇਸ ਨੂੰ ਤਾਰਿਕ ਦੇ ਹਵਾਲੇ ਕਰਨੇ ਹਨ ਔਰ ਇਸ ਦੀ ਅੱਛੀ ਸ਼ਾਦੀ ਵਗੈਰਾ ਕਰਵਾ ਕੇ ਤੇ ਇਹ ਸਾਰਾ ਸਿਸਟਮ ਉਸਦੇ ਹੈਂਡਓਵਰ ਕਰ ਦੇਣਾ। ਇਹ ਕਹਿੰਦੀ ਹੈ ਕਿ ਨੁਮਾਨ ਦੀ ਆਪਣੇ ਛੋਟੇ ਭਾਈ ਤਾਰਿਕ ਵਾਸਤੇ ਸੋਚ ਸੀ ਕਿ ਇਸ ਨੂੰ ਮੈਂ ਕਿਸ ਤਰ੍ਹਾਂ ਵੈਲ ਇਸਟੈਬਲਿਸ਼ ਕਰ ਲਵਾਂ, ਇਹਦੀ ਸ਼ਾਦੀ ਕਰ ਲਵਾਂ ਔਰ ਇਹਨੂੰ ਮਕਾਨ ਦੇ ਦੇਵਾਂ ਤਾਂ ਕਿ ਇਸ ਨੂੰ ਪਰੇਸ਼ਾਨੀ ਨਾ ਹੋਵੇ। ਕਹਿੰਦੀ ਹੈ ਮੈਂ ਸੋਚਿਆ ਕਿ ਹੁਣ ਇਸ ਨੂੰ ਦੱਸਣ ਦੀ ਜ਼ਰੂਰਤ ਇਸ ਵਾਸਤੇ ਨਹੀਂ ਹੈ ਕਿਉਂਕਿ 2-4 ਦਿਨ ਤੱਕ ਇਹ ਵੈਸੇ ਹੀ ਆ ਜਾਣਾ ਤੇ ਇੱਥੇ ਹੀ ਇਸ ਨੂੰ ਮੈਂ ਦੱਸ ਦੇਵਾਂ। ਕਹਿੰਦੀ ਹੈ ਮੈਂ ਫਿਰ ਖਾਮੋਸ਼ ਹੋ ਗਈ। ਅਬ ਸਕੀਨਾ ਦੋਸਤੋ ਦੱਸਦੀ ਹੈ ਕਿ ਕੁਝ ਦਿਨਾਂ ਤੋਂ ਬਾਅਦ 2-4 ਦਿਨਾਂ ਤੋਂ ਬਾਅਦ ਨੁਮਾਨ ਸਾਹਿਬ ਤਸ਼ਰੀਫ ਲਿਆਏ ਘਰ, ਸਭ ਵਾਸਤੇ ਬਹੁਤ ਅੱਛੇ ਗਿਫਟ ਲੈ ਕੇ ਆਏ, ਇੰਤਹਾਈ ਖੁਸ਼ੀ ਦਾ ਮਾਹੌਲ। ਲੇਕਿਨ ਮੈਂ ਤੇ ਚੂੰਕਿ ਅੰਦਰੋਂ ਇੰਤਹਾਈ ਪਰੇਸ਼ਾਨ ਸੀ, ਘਰ ਮੇਰੀ ਅੰਮੀ ਵੀ ਇੰਤਹਾਈ ਪਰੇਸ਼ਾਨ ਸੀ, ਘਰ ਦਾ ਮਾਹੌਲ ਬੜਾ ਬੇਰੌਨਕ ਜਿਹਾ ਹੋਇਆ ਸੀ।
ਅਸੀਂ ਨੌਮਾਨ ਦੀ ਆਉਣ ਦੀ ਖੁਸ਼ੀ ਮਨਾਈਏ ਜਾਂ ਕੀ ਕਰੀਏ, ਇਸੀ ਪਰੇਸ਼ਾਨੀ ਦੇ ਵਿੱਚ ਸਾਂ ਕਿ ਨੌਮਾਨ ਇੰਤਹਾਈ ਖੁਸ਼, ਸਭ ਵਾਸਤੇ ਰੱਦਾ ਤਾਰਿਕ ਵਾਸਤੇ, ਮੇਰੇ ਵਾਸਤੇ, ਆਪਣੀ ਅੰਮੀ ਵਾਸਤੇ ਮੁਖਤਲਿਫ ਕਿਸਮ ਦੇ ਬੜੇ ਕੀਮਤੀ ਤਹਾਇਫ ਲੈ ਕੇ ਆਇਆ ਸੀ। ਤੇ ਅਲਟੀਮੇਟਲੀ ਫਿਰ ਮਜਬੂਰਨ ਮੈਨੂੰ ਦੱਸਣਾ ਪਿਆ ਕਿ ਮੈਂ ਦੱਸਿਆ ਨੌਮਾਨ ਇਸ ਤਰ੍ਹਾਂ ਤਾਰਿਕ ਨੇ ਕੰਮ ਕੀਤੇ ਔਰ ਤਾਰਿਕ ਇਸ ਟਾਈਮ ਘਰ ਤੋਂ ਗਾਇਬ ਹੈ। ਨੌਮਾਨ ਦੱਸਿਆ ਕਿ ਮੈਂ ਵੀ ਕਾਫੀ ਅਰਸੇ ਤੋਂ ਕਾਲਾਂ ਕਰ ਰਿਹਾ, ਨੌਮਾਨ ਕੋਈ ਕਾਲ ਪਿਕ ਨਹੀਂ ਕਰ ਰਿਹਾ। ਤੇ ਮੈਂ ਪੁੱਛਣ ਵਾਲਾ ਹੀ ਸੀ ਕਿ ਕਿੱਧਰ ਗਿਆ। ਮੈਂ ਕਿ ਸ਼ਾਇਦ ਕਿਧਰੇ ਕੋਈ ਕੰਮ ਕਰ ਰਿਹਾ ਹੈ ਜਾਂ ਪੜ੍ਹਾਈ ਦੇ ਵਿੱਚ ਬਿਜ਼ੀ ਹੈ। ਮੈਂ ਉਸਨੂੰ ਤੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਲੇਕਿਨ ਮੈਂ ਇਹ ਨੋਟਿਸ ਜ਼ਰੂਰ ਕੀਤਾ ਕਿ ਕਾਫੀ ਅਰਸੇ ਦਾ ਮੈਂ ਉਹਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਮਗਰ ਉਹ ਕਾਲ ਅਟੈਂਡ ਨਹੀਂ ਕਰ ਰਿਹਾ। ਤੇ ਉਸਨੂੰ ਅਸੀਂ ਦੱਸਿਆ ਕਿ ਭਾਈ ਇਸ ਤਰ੍ਹਾਂ ਉਸਨੇ ਕੰਮ ਕੀਤੇ ਔਰ ਇਸ ਟਾਈਮ ਉਹ ਘਰ ਤੋਂ ਗਾਇਬ ਹੈ। ਇਸ ਤੋਂ ਪਹਿਲੇ ਵੀ ਉਹ ਕੋਸ਼ਿਸ਼ ਕਰ ਚੁੱਕਿਆ ਸੀ, ਲੇਕਿਨ ਅੰਮੀ ਨੇ ਮਨਾ ਕੀਤਾ ਸੀ ਕਿ ਤੁਹਾਨੂੰ ਨਾ ਦੱਸਿਆ ਜਾਵੇ ਤਾਂ ਕਿ ਤੁਸੀਂ ਪਰਦੇਸ ਦੇ ਵਿੱਚ ਪਰੇਸ਼ਾਨ ਨਾ ਹੋ। ਤੇ ਲਿਹਾਜ਼ਾ ਹੁਣ ਉਸਨੇ ਇਹ ਹਰਕਤ ਕੀਤੀ ਹੈ ਔਰ ਇਸ ਟਾਈਮ ਉਹ ਘਰ ਛੋੜ ਕੇ ਕਿਧਰ ਗਾਇਬ ਹੈ ਕਾਫੀ ਅਰਸੇ ਦਾ। अब जनाब नौमान साहब खामोश तो हो गए और नाल ही नौमान साहब बहुत ज़्यादा परेशान होए और वो चूँकि कोई 7-8 साल तो बाद आए सन पाकिस्तान, लिहाजा उन्हें अचानक प्रोग्राम बढ़ाया, दिल बर्दाश्त हो गए की सोच सी कोई पता नहीं है। लेकिन उन्हें कहा कि मैनू क्योंकि पैसे शैसे में ख़त्म कर देते हैं तो लिहाजा मैनू को 8-10 दिन तक वापस जाना है। ਤੇ ਤਿਆਰੀ ਸ਼ਿਆਰੀ ਆਪਣੀ ਵਾਪਸ ਜਾਣ ਦੀ ਕਰਨ ਲੱਗ ਪਏ। ਹੁਣ ਦਿਲ 'ਚ ਕੀ ਸੀ ਇਹ ਸਾਨੂੰ ਕੋਈ ਪਤਾ ਨਹੀਂ ਹੈ। ਅੰਮੀ ਵੀ ਪਰੇਸ਼ਾਨ, ਮੈਂ ਵੀ ਇੰਤਹਾਈ ਪਰੇਸ਼ਾਨ। ਬੜਾ ਮਨਾ ਕੀਤਾ ਕਿ ਆਪਣੀ ਛੁੱਟੀ ਪੂਰੀ ਕਰ ਜਾਓ, ਲੇਕਿਨ ਉਹਨੇ ਕਿਹਾ ਨਹੀਂ, ਮੇਰਾ ਉੱਥੇ ਬਿਜ਼ਨਸ ਦਾ ਇੱਕ ਥੋੜ੍ਹਾ ਜਿਹਾ ਇਸ਼ੂ ਹੈ ਤੇ ਮੈਨੂੰ ਜਾਣਾ ਪੈਣਾ। ਲਿਹਾਜ਼ਾ ਉਹ ਸਾਡੇ ਕੋਲੋਂ ਰੁਖਸਤ ਹੋ ਕੇ ਤੇ ਉਹਨੇ ਦੱਸਿਆ ਕਿ ਮੇਰਾ ਟਿਕਟ ਇਸਲਾਮਾਬਾਦ ਏਅਰਪੋਰਟ ਤੋਂ ਤੇ ਉਹ ਵਾਪਸ ਆ ਗਏ। ਆਪ ਕਹਿੰਦੀ ਹੈ ਵਕਤ ਗੁਜ਼ਰਦਾ ਰਿਹਾ, ਸਾਡਾ ਰਾਬਤਾ ਹੁੰਦਾ ਰਿਹਾ, ਅਸੀਂ ਗੱਲਬਾਤ ਕਰਦੇ ਰਹੇ। ਮੈਨੂੰ ਕੋਈ ਮਹਿਸੂਸ ਨਹੀਂ ਹੋਇਆ ਕਿ ਨੌਮਾਨ ਦੇ ਦਿਲ 'ਚ ਕੀ ਹੈ ਜਾਂ ਇਹ ਪਰੇਸ਼ਾਨ ਹੈ ਕੁਝ। ਇੱਕ ਦਿਨ ਕਹਿੰਦੀ ਹੈ ਕਿ ਸਾਡੇ ਕਿਸੇ ਕਜ਼ਨ ਦੀ ਇਸਲਾਮਾਬਾਦ ਦੇ ਵਿੱਚ ਸ਼ਾਦੀ ਸੀ ਤੇ ਮੈਂ ਨੌਮਾਨ ਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਮੇਰੀ ਕਜ਼ਨ ਦੀ ਸ਼ਾਦੀ ਹੈ ਤੇ ਲਿਹਾਜ਼ਾ ਤੁਹਾਡੇ ਕੋਲ ਇਜਾਜ਼ਤ ਲੈਣੀ ਹੋ ਸਕੇ। ਮੈਂ ਪਹਿਲੇ ਕਦੇ ਤੁਹਾਨੂੰ ਮਨਾ ਕੀਤਾ? बेहतरीन किस्म का गिफ्ट लो, शादी अटेंड करो, कोई ममानत नहीं है। और उसने दोस्तों मैं दसना भुल गया, उसने कार ਦੇ ਵਿੱਚ ਗੱਡੀ ਵੀ ਲੈ ਕੇ ਦਿੱਤੀ ਸੀ ਔਰ ਸਕੀਨਾ ਡਰਾਈਵ ਕਰ ਲੈਂਦੀ ਸੀ। ਲਿਹਾਜ਼ਾ ਸਕੀਨਾ ਕਹਿੰਦੀ ਹੈ ਕਿ ਮੈਂ ਆਪਣੀ ਕਜ਼ਨ ਦੀ ਸ਼ਾਦੀ ਤੇ ਇਸਲਾਮਾਬਾਦ ਗਈ ਤੇ ਇੱਕ ਮਾਰਕੀਟ ਦੇ ਵਿੱਚ ਫਿਰਦੇ ਫਿਰਦੇ ਕਹਿੰਦੀ ਹੈ ਕਿ ਇੱਕ ਬੰਦਾ ਸਾਨੂੰ ਐਸਾ ਨਜ਼ਰ ਆਇਆ ਜਿਸਨੇ 3 ਪੀਸ ਸੂਟ ਪਾਇਆ ਹੋਵੇ, काले चश्मे पाए हों और बिल्कुल नौमान दी कापी। हेयर कट उसने मुख्तलिफ डिज़ाइन दी कराई हुई सी, बाकी उसदे विच कोई फर्क नहीं सी, काले चश्मे सन। ते कहंदी है एक गड्डी विचों उतरन और नाल एक मोटी जी औरत सी ते उत्थे मार्केट दे विच वड़ गए। कहंदी है असां देखिया सी, परेशान हो गए। खैर सानू ते ज़हन नहीं सी किसी किस्म दा मसला, लेकिन मैं जदों शादी अटेंड करके ते कार आई, ਕਾਰ ਆਣ ਕੇ ਜਨਾਬ ਮੈਂ ਨੌਮਾਨ ਸਾਹਿਬ ਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਤੁਹਾਡੀ ਸ਼ਕਲ ਦਾ ਇੱਕ ਬੰਦਾ ਮੈਂ ਇਸਲਾਮਾਬਾਦ ਦੇ ਵਿੱਚ ਦੇਖਿਆ, ਇਸ ਤਰ੍ਹਾਂ ਡਰੈਸਿੰਗ ਸੀ ਔਰ ਇਸ ਤਰ੍ਹਾਂ हेयर स्टाइल सी और ब्लैक कलर ਦੇ ਚਸ਼ਮੇ ਉਹਨੇ ਪਾਏ ਸਨ ਇੱਕ ਮੋਟੀ ਔਰਤ ਦੇ ਨਾਲ। ਉਹਨਾਂ ਕਿਹਾ ਬਈ ਇਹ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ, ਆਮ ਸ਼ਕਲ ਬੰਦੇ ਹੋਣੇ ਨੇ ਦੁਨੀਆ ਦੇ ਵਿੱਚ, ਉਹ ਬੰਦੇ ਨੂੰ ਧੋਖਾ ਲੱਗ ਜਾਂਦਾ ਹੈ। ਅਬ ਉਹਨਾਂ ਦੀ ਉਸ ਗੱਲ ਤੋਂ ਕੋਈ ਸ਼ੱਕ ਸ਼ੁਬੇ ਦਾ ਇਜ਼ਹਾਰ ਨਹੀਂ ਸੀ। ਕਹਿੰਦੀ ਹੈ ਮੈਂ ਵੀ ਮੁਤਮੈਨ ਹੋ ਗਈ, ਵਾਕਈ ਇਸ ਤਰ੍ਹਾਂ ਹੁੰਦਾ ਹੈ ਔਰ ਅਮੂਮਨ ਹੁੰਦਾ ਵੀ ਹੈ ਇਸ ਤਰ੍ਹਾਂ। ਕਹਿੰਦੀ ਹੈ ਕੁਝ ਅਰਸੇ ਤੋਂ ਬਾਅਦ ਮੇਰੇ ਇੱਕ ਕਜ਼ਨ ਨੂੰ ਪੈਸਿਆਂ ਦੀ ਜ਼ਰੂਰਤ ਪੈ ਗਈ। ਮੈਨੂੰ ਉਹਨਾਂ ਕਾਲ ਕੀਤੀ ਕਿ ਮੈਨੂੰ ਇਤਨੇ ਪੈਸੇ ਐਮਰਜੈਂਸੀ ਚਾਹੀਦੇ ਨੇ। ਕਹਿੰਦੀ ਮੇਰੇ ਕੋਲ ਸੇਵਿੰਗ ਪਈ ਸੀ, ਮੈਂ ਉਸਨੂੰ ਪੈਸੇ ਦੇ ਦਿੱਤੇ। ਕਹਿੰਦੀ ਉਸ ਕਜ਼ਨ ਨੇ ਪੈਸੇ ਮੇਰੇ ਕੋਲੋਂ ਲੈ ਲਏ ਤੇ ਇੱਕ ਉਹਨੇ ਮੈਨੂੰ ਇੱਕ ਗੱਲ ਕੀਤੀ ਕਿ ਸਕੀਨਾ ਅਗਰ ਤੂੰ ਪਰੇਸ਼ਾਨ ਨਾ ਹੋਵੇਂ, ਅਗਰ ਮੇਰੇ ਤੇ ਇਤਮਾਦ ਕਰੇ ਤੇ ਮੈਂ ਤੂੰ ਕਿਉਂਕਿ ਮੇਰੇ ਬੁਰੇ ਵਕਤ ਦੇ ਵਿੱਚ ਮਦਦ ਕੀਤੀ ਹੈ, ਲਿਹਾਜ਼ਾ ਮੈਂ ਨਹੀਂ ਚਾਹੁੰਦਾ ਕਿ ਤੇਰੀ ਜ਼ਿੰਦਗੀ ਦਾ ਕੋਈ ਇਸ਼ੂ ਹੋਵੇ ਔਰ ਮੈਂ ਉਸਨੂੰ ਸਾਂਭ ਕੇ ਬੈਠੇ ਹੋਵਾਂ ਔਰ ਮੈਂ ਜਾਣਦਾ ਹੋਵਾਂ ਔਰ ਮੈਂ ਤੈਨੂੰ ਬੇਖਬਰ ਰੱਖਾਂ। ਕਹਿੰਦੀ ਹੈ ਇਸਲਾਮਾਬਾਦ ਦੇ ਵਿੱਚ ਜਿਹੜਾ ਬੰਦਾ ਤੁਸੀਂ ਦੇਖਿਆ ਸੀ ਉਹ ਨੌਮਾਨ ਹੀ ਹੈ ਔਰ ਉਸਨੇ ਦੂਸਰੀ ਸ਼ਾਦੀ ਵੀ ਕਰ ਲਈ ਹੈ। ਸਕੀਨਾ ਕਹਿੰਦੀ ਉਹਦੀ ਗੱਲ ਸੁਣ ਕੇ ਤੇ ਮੈਂ ਤੇ ਬੜਾ ਝਟਕਾ ਲੱਗਾ, ਲੇਕਿਨ ਮੈਂ ਯਕੀਨ ਨਹੀਂ ਕੀਤਾ। ਮੈਂ ਕਿ ਹੋ ਨਹੀਂ ਸਕਦਾ, लेकिन उसने मैनू यकीन दिवाया कि मेरी नौमान दे नाल मुलाकात भी हो चुकी है, गपशप भी हो चुकी है, असां खाना भी इकट्ठे खादा
ਔਰ ਨੁਮਾਨ ਨੇ ਮੈਨੂੰ ਮਨਾ ਕੀਤਾ ਕਿ ਮੇਰੇ ਘਰ ਮੇਰੀ ਸਿਕਿਉਰਿਟੀ ਦੀ ਇਹ ਗੱਲ ਦੱਸਣੀ ਨਹੀਂ ਹੈ। ਤੇ ਕਹਿੰਦੀ ਮੇਰੇ ਕਜ਼ਨ ਕਿਹਾ ਕਿ ਚੂੰਕਿ ਤੁਸੀਂ ਮੇਰੀ ਮਦਦ ਕੀਤੀ ਹੈ, ਲਿਹਾਜ਼ਾ ਮੈਂ ਚਾਹ ਰਿਹਾ ਕਿ ਮੈਂ ਤੁਹਾਡੀ ਮਦਦ ਕਰਾਂ ਇਸ ਸੂਰਤ ਵਿੱਚ ਕਿ ਉਹ ਨੁਮਾਨ ਹੈ। ਲਿਹਾਜ਼ਾ ਮੇਰਾ ਨਹੀਂ ਦੱਸਣਾ, ਲੇਕਿਨ ਇਹ ਸਿਕਿਉਰਿਟੀ ਦੀ ਗੱਲ ਮੈਂ ਤੈਨੂੰ ਦੱਸ ਰਿਹਾ ਕਿ ਉਹ ਨੁਮਾਨ ਹੀ ਹੈ ਔਰ ਸ਼ਾਦੀ ਕਰ ਚੁੱਕੇ ਔਰ ਉੱਥੇ ਉਹ ਰਹਿ ਰਹੇ। ਕਹਿੰਦੀ ਹੈ ਕਿ ਮੇਰਾ ਤੇ ਦਿਮਾਗ ਫਿਰ ਗਿਆ। ਕਹਿੰਦੀ ਹੈ ਮੈਂ ਗੱਡੀ ਕੱਢੀ ਔਰ ਅੰਮਾ ਨੂੰ ਵੀ ਨਹੀਂ ਦੱਸਿਆ, ਸ਼ਬਨਮ ਬੇਗਮ ਨੂੰ ਵੀ ਨਹੀਂ ਦੱਸਿਆ, ਆਪਣੀ ਸੱਸ ਨੂੰ। ਔਰ ਕਹਿੰਦੀ ਹੈ ਮੈਂ ਓਵਰ ਸਪੀਡ ਮੋਟਰਵੇ ਤੇ ਚੜ੍ਹ ਗਈ ਜਨਾਬ। ਤੇ ਕਹਿੰਦੀ ਮੇਰਾ ਇੱਕ ਜਗ੍ਹਾ ਤੇ ਚਲਾਨ ਹੋਇਆ ਔਰ ਦੂਸਰੀ ਜਗ੍ਹਾ ਤੇ ਮੈਨੂੰ ਰੋਕ ਕੇ ਵਾਰਨ ਕੀਤਾ ਗਿਆ ਕਿ ਆਪਣੀ ਜਾਨ ਦੀ ਹਿਫਾਜ਼ਤ ਬਹੁਤ ਜ਼ਰੂਰੀ ਹੈ, ਤੁਹਾਡੀ ਓਵਰ ਸਪੀਡ ਹੈ, ਲਿਹਾਜ਼ਾ ਤੁਹਾਡਾ ਇੱਕ ਦਫਾ ਚਲਾਨ ਹੋ ਚੁੱਕਿਆ ਤੇ ਇhtiyat ਨਾਲ ਡਰਾਈਵ ਕਰੋ। ਕਹਿੰਦੀ ਹੈ ਖੈਰ ਮੇਰੀ ਅੱਖਾਂ ਅੱਗੇ ਅੰਧੇਰਾ ਸੀ, ਮੈਂ ਤੇਜ਼ੀ ਨਾਲ ਗਈ ਔਰ ਜਾ ਕੇ ਉਸ ਮਾਰਕੀਟ ਦੇ ਵਿੱਚ ਬ੍ਰੇਕ ਮਾਰੀ ਔਰ ਉੱਥੇ ਮੁਖਤਲਿਫ ਦੁਕਾਨਦਾਰਾਂ ਕੋਲੋਂ ਮਾਲੂਮਾਤ ਲੈਂਦੀ ਰਹੀ, ਤਸਵੀਰ ਦਿਖਾ ਕੇ ਕਿ ਇਸ ਬੰਦੇ ਨੂੰ ਜਾਣਦੇ ਹੋ ਨਾ, ਕਿ ਬਿਲਕੁਲ ਇਹ ਦਿਲਾਵਰ ਸਾਹਿਬ ਨੇ ਤੇ ਇਹਨਾਂ ਦਾ ਇੱਥੇ ਬਿਊਟੀ ਪਾਰਲਰ ਹੈ ਇਹਨਾਂ ਦੀ ਮਿਸਿਸ ਦਾ, ਔਰ ਅਸੀਂ ਬਿਲਕੁਲ ਇਸ ਨੂੰ ਜਾਣਦੇ ਹਾਂ। ਕਹਿੰਦੀ ਇੱਕ ਕੋਲੋਂ ਪਤਾ ਕੀਤਾ, ਉਹਨੇ ਕਿਹਾ ਦਿਲਾਵਰ ਸਾਹਿਬ ਹੈ, ਦੂਸਰੇ ਤੋਂ ਪਤਾ ਕੀਤਾ, ਉਹਨੇ ਕਿਹਾ ਦਿਲਾਵਰ ਸਾਹਿਬ ਹੈ। ਅਲਟੀਮੇਟਲੀ ਕਹਿੰਦੀ ਹੈ ਕਿ ਮੈਨੂੰ ਉਹਨਾਂ ਉਹ ਬਿਊਟੀ ਪਾਰਲਰ ਵੀ ਦਿਖਾ ਦਿੱਤਾ ਕਿ ਇਹ ਉਹਨਾਂ ਦੀ ਬੇਗਮ ਦਾ ਬਿਊਟੀ ਪਾਰਲਰ ਹੈ ਔਰ ਇਹ ਦਿਲਾਵਰ ਸਾਹਿਬ ਹੀ ਹਨ। ਕਹਿੰਦੀ ਹੈ ਮੈਂ ਬੜੀ ਚੌਕ ਹੋ ਗਈ ਔਰ ਮੈਂ ਉਸ ਬਿਊਟੀ ਪਾਰਲਰ ਦੇ ਵਿੱਚ ਚਲੀ ਗਈ। ਉੱਥੇ ਇੱਕ ਮੋਟੀ ਜੀ ਔਰਤ ਕੰਮ ਕਰ ਰਹੀ ਸੀ। ਮੈਨੂੰ ਉਸਨੇ ਕਿਹਾ ਕਿ ਮੈਡਮ ਤੁਸੀਂ ਬਹਿ ਜਾਓ, ਤੁਹਾਡਾ ਥੋੜ੍ਹੀ ਦੇਰ ਤੋਂ ਬਾਅਦ ਨੰਬਰ ਆਏਗਾ। ਮੈਂ ਉਸਨੂੰ ਕਿਹਾ ਕਿ ਕਿਹੜਾ ਨੰਬਰ ਬਾਈ, ਨੰਬਰ ਸ਼ੰਬਰ ਕਿਹੜਾ ਹੈ, ਇਸ ਬੰਦੇ ਨੂੰ ਜਾਣਦੀ ਹੋ? ਕਹਿੰਦੀ ਮੈਂ ਤਸਵੀਰ ਦਿਖਾਈ ਹੋ ਸਕੇ, ਬਿਲਕੁਲ ਮੇਰੇ ਹਸਬੈਂਡ ਨੇ, ਦਿਲਾਵਰ ਨਾਂ ਹੈ ਇਹਨਾਂ ਦਾ। ਉਹਨੇ ਕਿਹਾ ਤੇਰਾ ਹਸਬੈਂਡ ਦਿਲਾਵਰ ਨਹੀਂ ਹੈ, ਇਹ ਮੇਰਾ ਹਸਬੈਂਡ ਨੁਮਾਨ ਹੈ, ਨਾਂ ਇਸਨੇ ਚੇਂਜ ਕੀਤਾ ਹੋਇਆ ਤੇ ਲਿਹਾਜ਼ਾ ਮੈਂ ਇਸ ਦੀ ਬੀਵੀ ਹਾਂ। ਤੇ ਕਹਿੰਦੀ ਉਹ ਮੇਰੇ ਤੇ ਗੁੱਸਾ ਹੋ ਗਈ, ਮੈਂ ਉਸ ਤੇ ਗੁੱਸਾ ਹੋ ਗਈ ਔਰ ਉਸਨੇ ਕਾਲ ਕਰਕੇ ਦਿਲਾਵਰ ਸਾਹਿਬ ਨੂੰ ਬੁਲਾ ਲਿਆ। ਜਦੋਂ ਦਿਲਾਵਰ ਸਾਹਿਬ ਆਏ ਮੇਰੇ ਤੇ ਨਜ਼ਰ ਪਈ, ਕਹਿੰਦੀ ਕੋਈ ਪਰੇਸ਼ਾਨੀ ਦਾ ਆਲਮ ਨਹੀਂ ਸੀ, ਕੋਈ ਉਹਨਾਂ ਦੇ ਚਿਹਰੇ ਤੇ ਘਬਰਾਹਟ ਨਹੀਂ ਸੀ। ਉਹਨੇ ਆਪਣੀ ਉਸ ਮੋਟੀ ਬੇਗਮ ਬਿਊਟੀ ਪਾਰਲਰ ਵਾਲੀ ਨੂੰ ਕਿਹਾ ਕਿ ਬਿਲਕੁਲ ਦਰਅਸਲ ਮੇਰਾ ਨਾਮ ਨੁਮਾਨ ਹੈ ਔਰ ਇਹ ਮੇਰੀ ਬੀਵੀ ਹੈ ਔਰ ਮੈਂ ਤੈਨੂੰ ਅਸਲ ਕਹਾਣੀ ਦੱਸਦਾ। ਕਹਿੰਦੀ ਮੈਨੂੰ ਬਾਂਹ ਤੋਂ ਪਕੜਿਆ ਔਰ ਮੈਨੂੰ ਇੱਕ ਕੈਫੇ ਦੇ ਵਿੱਚ ਲੈ ਆਇਆ। ਉੱਥੇ ਆ ਕੇ ਉਸ ਦੱਸਿਆ ਕਿ ਮੇਰੀ ਛੁੱਟੀ ਬਹੁਤ ਰਹਿੰਦੀ ਸੀ ਔਰ ਮੈਂ ਜ਼ਹਿਨੀ ਤੌਰ ਤੇ ਬਹੁਤ ਮਫਲੂਜ ਹੋ ਚੁੱਕਿਆ ਸੀ, ਲਿਹਾਜ਼ਾ ਮੈਂ ਤਾਰਕ ਦੇ ਵਾਸਤੇ, ਮੈਨੂੰ ਪਤਾ ਚੱਲਿਆ ਕਿ ਤਾਰਕ ਇਸਲਾਮਾਬਾਦ ਦੇ ਵਿੱਚ ਹੈ ਔਰ ਮੈਂ ਉਹਦੇ ਕੋਲੋਂ ਬਦਲਾ ਲੈਣਾ, ਮੈਨੂੰ ਮਿਲ ਨਹੀਂ ਰਿਹਾ। ਕਹਿੰਦੇ ਉਸ ਬਹਾਨਾ ਕੀਤਾ ਕਿ ਮੇਰੀ ਫਲਾਈਟ ਵੀ ਮਿਸ ਹੋ ਗਈ ਸੀ ਔਰ ਮੈਨੂੰ ਇੱਥੇ ਇਹ ਔਰਤ ਮਿਲ ਗਈ ਜਿਸ ਦਾ ਨਾਂ ਰਜ਼ੀਆ ਹੈ। ਰਜ਼ੀਆ ਬੇਸਹਾਰਾ ਸੀ, ਇਹਦੇ 2 ਬੱਚੇ ਵੀ ਹਨ ਤੇ ਇਹਦੇ ਨਾਲ ਜਦੋਂ ਮੇਰੀ ਗੱਲਬਾਤ ਹੋਈ ਤੇ ਇਸ ਮੈਨੂੰ ਖੁਦ ਆਫਰ ਕੀਤੀ ਤੇ ਮੇਰੇ ਨਾਲ ਨਿਕਾਹ ਕਰ ਲਓ। ਤੇ ਕਹਿੰਦੀ ਹੈ ਕਿ ਮੈਨੂੰ ਵੀ ਸਹਾਰੇ ਦੀ ਜ਼ਰੂਰਤ ਸੀ ਔਰ ਇਸ ਨੂੰ ਵੀ ਸਹਾਰੇ ਦੀ ਜ਼ਰੂਰਤ ਸੀ, ਲਿਹਾਜ਼ਾ ਅਸਾਂ ਇੱਕ ਦੂਸਰੇ ਦੇ ਨਾਲ ਨਿਕਾਹ ਕਰ ਲਏ। ਕਹਿੰਦੀ ਹੈ ਮੈਂ ਇਹ ਗੱਲ ਜਿਉਂ ਸੁਣੀ ਤੇ ਮੈਂ ਉਸਨੂੰ ਉੱਥੇ ਹੀ ਛੋੜ ਕੇ ਤੇ ਗੱਡੀ ਨੂੰ ਫਿਰ ਸਲਫ ਮਾਰਿਆ ਤੇ ਵਾਪਸ ਘਰ ਆ ਗਈ। ਕਹਿੰਦੀ ਹੈ ਕਿ ਹੁਣ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਹੈ ਕਿ ਮੈਂ ਉਹਦੇ ਕੋਲੋਂ ਤਲਾਕ ਲੈਣਾ ਚਾਹੁੰਦੀ ਹਾਂ ਔਰ ਉਸਨੇ ਮੇਰੇ ਨਾਲ ਬਹੁਤ ਜ਼ਿਆਦਤੀ ਕੀਤੀ। ਅਬ ਦੋਸਤੋ ਉਸਨੇ ਮਸ਼ਵਰਾ ਪੁੱਛਿਆ ਕਿ ਮੈਨੂੰ ਕੀ ਕਰਨਾ ਚਾਹੀਦਾ। ਲਿਹਾਜ਼ਾ ਤਮਾਮ ਸੁਣਨ ਵਾਲਿਆਂ ਤੋਂ ਰਿਕੁਐਸਟ ਹੈ ਕਿ ਸਕੀਨਾ ਨੂੰ ਤੁਸੀਂ ਇੱਕ ਬਿਹਤਰੀਨ ਮਸ਼ਵਰਾ ਦੇ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਿ ਸਕੀਨਾ ਨੂੰ ਕੀ ਕਰਨਾ ਚਾਹੀਦਾ। ਅਬ ਮੈਂ ਤੇ ਉਸਨੂੰ ਦੱਸਿਆ ਕਿ ਨੁਮਾਨ ਸਾਹਿਬ ਬੁਰੇ ਬੰਦੇ ਨਹੀਂ ਹਨ, ਅਗਰ ਉਹ ਬੁਰੇ ਹੁੰਦੇ ਤੇ ਉਹ ਇਤਨਾ ਬੜਾ ਕਰਜ਼ ਆਪਣੀ ਜਾਨ ਤੇ ਖੇਲ ਕੇ ਡੰਕੀ ਲਾ ਕੇ ਤੁਹਾਡੇ ਮੁਸਤਕਬਲ ਦੀ ਖਾਤਰ ਉਹ ਉੱਥੇ ਜਾ ਕੇ ਔਰ 2-3 ਸਾਲਾਂ ਦੇ ਵਿੱਚ ਆਪਣਾ ਕਰਜ਼ ਖਤਮ ਕਰਕੇ ਔਰ ਖੁਸ਼ਹਾਲ ਵਾਪਸ ਨਾ ਆਉਂਦੇ। ਉਹ ਚੂੰਕਿ ਅਨਪੜ੍ਹ ਬੰਦਾ ਹੈ, ਉਸਦੀ ਇਤਨੀ ਸਮਝ ਨਹੀਂ ਹੈ, ਲਿਹਾਜ਼ਾ ਤੂੰ ਪੜ੍ਹੀ ਲਿਖੀ, ਉਸਨੂੰ ਸਮਝਾ। ਔਰ ਉਸਨੇ ਅਗਰ ਦੂਸਰਾ ਨਿਕਾਹ ਵੀ ਕੀਤਾ ਤੇ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ, ਨਿਕਾਹ ਕੀਤਾ ਹੈ। ਅਗਰ ਨਿਕਾਹ ਨਾ ਕੀਤਾ ਹੁੰਦਾ ਤੇ ਫਿਰ ਤੇ ਉਹ ਜਾਇਜ਼ ਸੀ, ਲੇਕਿਨ ਉਸਨੇ ਅਗਰ ਸ਼ਰਈ ਕੰਮ ਕੀਤੇ ਤੇ ਇਸ ਦੇ ਵਿੱਚ ਕੋਈ ਕਬਾਤ ਨਹੀਂ ਹੈ, ਲਿਹਾਜ਼ਾ ਤੂੰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਔਰ ਉਸਨੂੰ ਮੈਨੂੰ ਯਕੀਨ ਹੈ ਕਿਉਂਕਿ ਉਹ ਅੱਛਾ ਬੰਦਾ ਹੈ ਔਰ
उस राह रास्ते आ जाने। अगर दोनों ਨੂੰ भी ਰੱਖਣਾ ਚਾਹੋ ਤੇ ਤੈਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਇੱਕ ਬੇਸਹਾਰਾ ਔਰਤ ਨੂੰ ਉਸਨੇ ਸਹਾਰਾ ਦਿੱਤਾ। ਤੇ ਦੋਸਤੋ, ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਆਪਣੀ ਰਾਏ ਦੇ ਸਕਦੇ ਹੋ ਕਿ ਸਕੀਨਾ ਨੂੰ ਉਹਦੇ ਕੋਲੋਂ ਤਲਾਕ ਲੈ ਲੈਣੀ ਚਾਹੀਦੀ ਹੈ ਜਾਂ ਰਜੂ ਕਰ ਲੈਣਾ ਚਾਹੀਦਾ ਹੈ। ਇਸ ਦੁਆ ਦੇ ਨਾਲ ਇਜਾਜ਼ਤ ਦਿਓ ਕਿ ਯਾ ਅੱਲਾ ਸਾਨੂੰ ਹਰ ਉਹ ਕੰਮ ਕਰਨ ਦੀ ਤੌਫੀਕ ਦੇ ਕਿ ਜਿਸ ਦੇ ਵਿੱਚ ਤੇਰੀ ਰਜ਼ਾ ਹੋਵੇ, ਔਰ ਏ ਅੱਲਾ ਮੀਆਂ ਸਾਨੂੰ ਹਰ ਉਸ ਕੰਮ ਤੋਂ ਸਾਡੀ ਹਿਫਾਜ਼ਤ ਫਰਮਾ ਕਿ ਜਿਸ ਦੇ ਵਿੱਚ ਤੇਰੀ ਨਾਰਾਜ਼ਗੀ ਦਾ ਅੰਦੇਸ਼ਾ ਹੋਵੇ। अस्सलामु अलैकुम वरहमतुल्लाहि वबरकातुह।